ਆਸਟ੍ਰੇਲੀਆ, ਕੈਨੇਡਾ, यूनाइटेड स्टेट जिन्हों असीं अमरीका भी कहने ते यूके, इंग्लैंड। सो डॉक्टर साहब होरां दा कहना है कि बच्चा इत्थे रहिंदे होए भी ਜਿਹੜਾ ਇਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਕਾਲਜਿਸ ਨੇ ਉਹਨਾਂ ਦੇ ਵਿੱਚ ਦਾਖਲਾ ਲੈ ਸਕਦਾ ਹੈ। ਤੁਸੀਂ ਕਹਿ ਰਹੇ ਹੋ ਕਿ 20 ਲੱਖ ਰੁਪਈਆ ਵਿਦੇਸ਼ ਜਾਣ ਤੋਂ ਪਹਿਲਾਂ ਹੀ ਬਚਾ ਲੈਂਦਾ ਬੱਚਾ, ਯਾਨੀ ਉਹ ਜਿਹੜੇ ਬੱਚੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਬਾਹਰ ਜਾਣਾ ਵੀ ਚਾਹੁੰਦੇ ਨੇ ਪਰ ਉਹ ਕਹਿੰਦੇ ਨੇ ਕਿ ਅਸੀਂ ਮਾਪਿਆਂ ਦੇ ਉੱਤੇ ਬਹੁਤਾ ਬੋਝ ਵੀ ਨਹੀਂ ਬਣਨਾ, ਉਹਨਾਂ ਲਈ ਮੈਨੂੰ ਲੱਗਦਾ ਕਿ ਇਹ ਬੈਸਟ ਹੈ ਪ੍ਰੋਗਰਾਮ ਤੁਹਾਡੇ ਮੁਤਾਬਿਕ। ਬੱਚਾ 2 ਸਾਲ ਇੱਥੇ ਪੜ੍ਹਦਾ ਹੈ ਤਾਂ ਕਿਧਰੇ ਵੀ 15 ਤੋਂ 20 ਲੱਖ ਰੁਪਇਆ ਆਪਣਾ ਬਚਾ ਸਕਦਾ ਹੈ ਐਜੂਕੇਸ਼ਨ ਜਾਣ ਤੋਂ ਪਹਿਲੇ ਹੀ। ਉਸੇ ਤਰੀਕੇ ਨਾਲ ਅਸੀਂ ਇੱਥੇ ਪੜ੍ਹਾਵਾਂਗੇ। ਸੋ ਜਦੋਂ ਬੱਚਾ ਸੈਕੰਡ ਈਅਰ ਜਾਂ ਥਰਡ ਈਅਰ 'ਚ ਜਾਂਦਾ ਆਪਣੇ ਦੂਸਰੇ ਕੰਟਰੀ ਦੇ ਵਿੱਚ ਤਾਂ ਉਹਨੂੰ ਉੱਥੇ ਜਾ ਕੇ ਪੜ੍ਹਨ 'ਚ ਫਿਰ ਕੋਈ ਤਕਲੀਫ ਨਹੀਂ ਆਉਂਦੀ। ਜੇਕਰ ਕੋਈ ਬੱਚਾ ਚਾਹੇ ਕਿ ਉਹਨੇ 3 ਸਾਲ ਇੰਡੀਆ ਦੇ ਵਿੱਚ ਪੜ੍ਹਨਾ ਹੈ ਤੇ ਚੌਥਾ ਸਾਲ ਵਿਦੇਸ਼ ਦੇ ਵਿੱਚ ਲਗਾਉਣਾ ਹੈ, ਇਹ ਵੀ ਪੋਸੀਬਲ ਹੈ। ਮੈਂ ਬਿਲੀਵ ਕਰਦਾ ਕਿ ਅਸੀਂ ਇੱਕ ਗਲੋਬਲ ਕਰੀਅਰ ਲੈਣਾ ਹੈ, ਅਸੀਂ ਉਹਨਾਂ ਕੰਟਰੀਆਂ 'ਚ ਜਾ ਕੇ ਐਜੂਕੇਸ਼ਨ ਵੀ ਲੈਣੀ ਹੈ, ਵੀਜ਼ਾ ਵੀ ਲੈਣਾ, ਐਜੂਕੇਸ਼ਨ ਵੀ ਲੈਣੀ ਹੈ ਔਰ ਉਸ ਤੋਂ ਬਾਅਦ ਉੱਥੇ ਸੈਟਲ ਵੀ ਹੋਣਾ ਹੈ, ਕੰਮਕਾਜ ਵੀ ਦੇਖਣੇ ਹੈ। ਪੜ੍ਹਨ ਦਾ ਤਰੀਕਾ ਹੈ ਜਿਹੜੀ ਆਪਾਂ ਐਜੂਕੇਸ਼ਨ ਲੈਣੀ ਹੈ, ਕਲਾਸਰੂਮ ਬੇਸਡ ਐਜੂਕੇਸ਼ਨ ਹੈ, ਉਹ ਥਿਓਰੀ ਬੇਸਡ, ਪ੍ਰੈਕਟੀਕਲ ਬੇਸਡ ਔਰ ਅਸਾਈਨਮੈਂਟ ਬੇਸਡ ਟੀਚਿੰਗ ਹੈ, ਉਹ ਅਸੀਂ ਇੱਥੇ ਦਿਆਂਗੇ। ਪੈਟਰੋਲ ਪੰਪਾਂ ਦੇ ਉੱਤੇ, ਸਰਵਿਸ ਸਟੇਸ਼ਨਾਂ ਦੇ ਉੱਤੇ ਜਿਹੜਾ ਔਰ ਰੈਸਟੋਰੈਂਟਾਂ ਦੇ ਬੈਕ ਡੋਰ ਦੇ ਵਿੱਚ ਉਹ ਸਾਨੂੰ 3rd ਕਲਾਸ ਜੌਬ ਨਾ ਕਰਨੀ ਪਵੇ। ਦੇਖੋ ਜੇ ਬੱਚਾ ਅਨਸਕਿਲਡ ਜਾਊਗਾ ਤਾਂ ਉਹਨੂੰ ਉੱਥੇ ਜਾ ਕੇ ਤਾਂ ਇਹ ਜਿਹੇ ਕੰਮ ਕਰਨੇ ਪੈਂਦੇ। ਸੋ 21 ਕੰਟਰੀਜ਼ ਐਂਡ 348 ਯੂਨੀਵਰਸਿਟੀਜ਼ ਦਾ ਇਹ ਪੂਰਾ ਲਿਸਟ ਸਾਡੇ ਕੋਲ ਪੀਅਰਸਨ ਨੇ ਦਿੱਤੀ ਹੈ, ਕੰਪਨੀ ਨੇ, ਜਿੱਥੇ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮਸ ਚੱਲ ਸਕਦੇ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਕ੍ਰਾਸਲੈਂਡ ਇਮੀਗ੍ਰੇਸ਼ਨ ਤੇ ਵਿਦਿਆ ਜੋਤੀ ਸੰਸਥਾ ਦੇ ਜਿਹੜੇ ਚੇਅਰਮੈਨ ਨੇ, ਪ੍ਰਬੰਧਕ ਵੀ ਅਸੀਂ ਕਹਿ ਸਕਦੇ ਹਾਂ, ਡਾਕਟਰ ਡੀਜੇ ਸਿੰਘ ਹੋਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਸੀ। ਉਹ ਮੁਲਾਕਾਤ ਕਾਫੀ ਮਕਬੂਲ ਹੋਈ ਸੀ। ਬਹੁਤ ਸਾਰੇ ਸਵਾਲ ਵੀ ਉਸ ਜਿਹੜੀ ਇੰਟਰਵਿਊ ਤੋਂ ਬਾਅਦ ਸਾਨੂੰ ਮਿਲੇ ਨੇ। ਅੱਜ ਕੋਸ਼ਿਸ਼ ਕਰਾਂਗੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਨੂੰ। ਪਰ ਇੱਕ ਹੋਰ ਵੱਡਾ ਪ੍ਰੋਗਰਾਮ ਹੈ ਜਿਹੜਾ ਵਿਦਿਆ ਜੋਤੀ ਜਿਹੜੀ ਸੰਸਥਾ ਹੈ ਉਸ ਵੱਲੋਂ ਦਿੱਤਾ ਜਾ ਰਿਹਾ ਹੈ। ਤਸਵੀਰਾਂ 'ਚ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਆਸਟ੍ਰੇਲੀਆ, ਕੈਨੇਡਾ, ਯੂਨਾਈਟਿਡ ਸਟੇਟ ਜਿਹਨੂੰ ਅਸੀਂ ਅਮਰੀਕਾ ਵੀ ਕਹਿੰਦੇ ਹਾਂ ਤੇ यूके, इंग्लैंड। सो डॉक्टर साहब होरां दा कहना है कि बच्चा इत्थे रहिंदे होए भी ਜਿਹੜਾ ਇਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਕਾਲਜਿਸ ਨੇ ਉਹਨਾਂ ਦੇ ਵਿੱਚ ਦਾਖਲਾ ਲੈ ਸਕਦਾ ਹੈ। ਉਹ ਬੱਚੇ ਜਿਹੜੇ ਕਹਿੰਦੇ ਨੇ ਕਿ ਅਸੀਂ ਜਾਣਾ ਬਾਹਰ ਪੜ੍ਹਨ ਪਰ ਅਸੀਂ ਮਾਪਿਆਂ ਦੇ ਉੱਤੇ ਬਹੁਤਾ ਬੋਝ ਨਹੀਂ ਬਣਨਾ, ਤਾਂ ਇਹਨਾਂ ਕੋਲ ਅਜਿਹੇ ਪ੍ਰੋਗਰਾਮ ਨੇ ਜਿਸ ਦੇ ਜ਼ਰੀਏ ਉਹ ਘੱਟ ਖਰਚੇ ਦੇ ਵਿੱਚ ਵਿਦੇਸ਼ ਜਾ ਸਕਦੇ ਨੇ। ਯਾਨੀ ਜੇਕਰ ਕੋਈ ਬੱਚਾ ਚਾਹੇ ਕਿ ਉਹਨੇ 3 ਸਾਲ ਇੰਡੀਆ ਦੇ ਵਿੱਚ ਪੜ੍ਹਨਾ ਹੈ ਤੇ ਚੌਥਾ ਸਾਲ ਵਿਦੇਸ਼ ਦੇ ਵਿੱਚ ਲਗਾਉਣਾ ਹੈ, ਇਹ ਵੀ ਪੋਸੀਬਲ ਹੈ। ਅਗਰ ਉਹ ਚਾਹੁੰਦਾ ਕਿ 2 ਸਾਲ ਉਹਨੇ ਇੰਡੀਆ ਦੇ ਵਿੱਚ ਪੜ੍ਹਨਾ ਤੇ 2 ਸਾਲ ਉਹ ਆਪਣਾ ਖਰਚਾ ਬਾਹਰ ਦਾ ਵੀ ਕਰ ਸਕਦਾ ਹੈ। ਤਾਂ ਜਿਹੜਾ ਇਸ ਵੇਲੇ ਵਿਦਿਆ ਜੋਤੀ ਸੰਸਥਾ ਹੈਗੀ, ਇੱਕ ਵੱਖਰਾ ਪ੍ਰੋਗਰਾਮ, ਯੂਨੀਕ ਪ੍ਰੋਗਰਾਮ ਹੈ ਜਿਹੜਾ ਉਹ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਦੇ ਰਹੀ ਹੈ। ਸਾਡੇ ਨਾਲ ਅੱਜ ਵਿਦਿਆ ਜੋਤੀ ਜਿਹੜੀ ਸੰਸਥਾ ਹੈਗੀ, ਸੁਸਾਇਟੀ ਹੈਗੀ ਹੈ, ਉਹਨਾਂ ਦੇ ਚੇਅਰਮੈਨ ਨੇ ਡਾਕਟਰ ਡੀਜੇ ਸਿੰਘ, ਬੜੇ ਤਜਰਬੇਕਾਰ ਔਰ ਪੰਜਾਬ ਦੇ ਵਿੱਚ ਨਾਮਵਰ ਸੰਸਥਾ ਹੈਗੀ ਆ। ਕਾਲਜ ਵੀ ਚਲਾਉਂਦੇ ਨੇ, ਨਾਲ ਨਾਲ ਇਮੀਗ੍ਰੇਸ਼ਨ ਦੇ ਵਿੱਚ ਵੀ ਇਹਨਾਂ ਦਾ ਵੱਡਾ ਤਜਰਬਾ ਹੈ। ਡਾਕਟਰ ਸਾਹਿਬ ਤੁਸੀਂ ਪਹਿਲਾਂ ਟਾਈਮ ਦਿੱਤਾ ਸਾਨੂੰ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬੜਾ ਕੀਮਤੀ ਸਮਾਂ ਰਹਿੰਦਾ ਤੁਹਾਡਾ, ਬਹੁਤ ਘੱਟ ਟਾਈਮ ਤੁਹਾਡੇ ਕੋਲ ਰਹਿੰਦਾ ਹੈ ਕਿਉਂਕਿ ਤੁਹਾਡੀ ਪਿਛਲੀ ਗੱਲਬਾਤ ਬੜੀ ਮਕਬੂਲ ਹੋਈ ਹੈ ਔਰ ਤੁਸੀਂ ਸਾਨੂੰ ਆਪਣੇ ਇੱਕ ਨਵੇਂ ਪ੍ਰੋਗਰਾਮ ਪਾਥਵੇ ਦੇ ਲਈ ਵੀ ਜਿਹੜਾ ਸਾਨੂੰ ਦੱਸਿਆ ਸੀ। ਸੋ ਡਾਕਟਰ ਸਾਹਿਬ, ਮੈਂ ਆ ਕੇ ਇੱਥੇ ਵੇਖਿਆ ਕਿ ਤੁਸੀਂ ਜਿਹੜਾ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਯੂਕੇ ਦੇ ਵਿੱਚ ਜਿਹੜੇ ਬੱਚਿਆਂ ਨੂੰ ਪੜ੍ਹਾ ਰਹੇ ਹੋ ਔਰ ਇੱਥੋਂ ਵੀ ਬੱਚੇ ਜਿਹੜੇ ਤੁਹਾਡੇ ਜਾ ਰਹੇ ਨੇ, ਕੀ ਪ੍ਰੋਗਰਾਮ ਹੈਗਾ ਜੀ ਇਹ ਔਰ ਕਿਸ ਤਰੀਕੇ ਨਾਲ? ਕਿਉਂਕਿ ਜਿਸ ਕੰਪਨੀ ਨਾਲ, ਜਿਸ ਸੰਸਥਾ ਨਾਲ ਤੁਹਾਡਾ ਟਾਈ ਅਪ ਹੋਇਆ, ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਕਾਲਜ ਜਾਂ ਕੋਈ ਸੰਸਥਾ ਹੋਵੇ ਜਿਹੜੀ ਉਹਨਾਂ ਨਾਲ ਕੰਮ ਕਰ ਰਹੀ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਥੈਂਕ ਯੂ ਆਸਿਫ ਜੀ, ਤੁਸੀਂ ਅੱਜ ਸਾਡੇ ਕੋਲ ਦਰਸ਼ਨ ਦਿੱਤੇ ਹੈ, ਟਾਈਮ ਦਿੱਤਾ, ਸਾਡੇ ਇੰਸਟੀਟਿਊਸ਼ਨ ਆਏ ਹੋ, ਸਾਡੇ ਇੰਸਟੀਟਿਊਸ਼ਨ ਬਾਰੇ ਲੋਕਾਂ ਨੂੰ ਅਵੇਅਰਨੈਸ ਵੀ ਦੇ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜਾ ਅਸੀਂ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਜੀ, ਇੰਟਰਨੈਸ਼ਨਲ ਪਾਥਵੇ ਪ੍ਰੋਗਰਾਮ ਹੈ, ਵਰਲਡ ਦਾ ਸਭ ਤੋਂ ਵੱਡਾ ਪਾਥਵੇ ਪ੍ਰੋਗਰਾਮ ਹੈ। ਸੋ ਕਈ ਬੱਚਿਆਂ ਦੇ ਮਾਈਂਡ 'ਚ ਹੁੰਦਾ ਜੀ ਅਸੀਂ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਬਟ ਅਸੀਂ ਸਿਰਫ ਵੀਜ਼ਾ ਲੈਣਾ। ਮੈਂ ਇਸ ਚੀਜ਼ ਥੋੜ੍ਹਾ ਜਿਹਾ ਅਲੱਗ ਤੋਂ ਬਿਲੀਵ ਕਰਦਾ। ਮੈਂ ਬਿਲੀਵ ਕਰਦਾ ਕਿ ਅਸੀਂ ਇੱਕ ਗਲੋਬਲ ਕਰੀਅਰ ਲੈਣਾ, ਅਸੀਂ ਉਹਨਾਂ ਕੰਟਰੀਆਂ 'ਚ ਜਾ ਕੇ ਐਜੂਕੇਸ਼ਨ ਵੀ ਲੈਣੀ ਹੈ, ਵੀਜ਼ਾ ਵੀ ਲੈਣਾ, ਐਜੂਕੇਸ਼ਨ ਵੀ ਲੈਣੀ ਹੈ ਔਰ ਉਸ ਤੋਂ ਬਾਅਦ ਉੱਥੇ ਸੈਟਲ ਵੀ ਹੋਣਾ ਹੈ, ਕੰਮਕਾਜ ਵੀ ਦੇਖਣੇ ਹੈ। ਸੋ ਉਹ ਕਰੀਅਰ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਆਪਾਂ ਐਜੂਕੇਸ਼ਨ ਜਿਹੜੀ ਲੈਂਦੇ ਹਾਂ, ਪੜ੍ਹਾਈ ਲੈਂਦੇ ਹਾਂ, ਸਕਿੱਲਸ ਲੈਂਦੇ ਹਾਂ, ਉਹ ਆਪਣੇ ਕਰੀਅਰ ਵਾਸਤੇ ਲੈਂਦੇ ਹਾਂ, ਆਪਣੀ ਲੌਂਗ ਟਰਮ ਅਰਨਿੰਗ ਵਾਸਤੇ ਲੈਂਦੇ ਹਾਂ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਜੀ ਅਸੀਂ ਜੋ ਵਰਲਡ ਦੀ ਸਭ ਤੋਂ ਵੱਡੀ ਐਜੂਕੇਸ਼ਨ ਕੰਪਨੀ ਹੈ, ਪੀਅਰਸਨ ਦੇ ਨਾਲ ਟਾਈ ਅਪ ਕੀਤਾ ਹੈ। ਪੀਅਰਸਨ ਵਰਲਡ ਦਾ ਸਭ ਤੋਂ ਵੱਡੀ ਮਤਲਬ
ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ, ਬਹੁਤ ਨਾਮੀ ਕੰਪਨੀ ਹੈ ਪੰਜਾਬ ਦੇ ਵਿੱਚ ਵੀ, ਉਹਨਾਂ ਦੀਆਂ ਕਿਤਾਬਾਂ ਲਾਰਜ ਸਕੇਲ 'ਤੇ ਆਉਂਦੀਆਂ ਹਨ। ਪੀਅਰਸਨ ਟੈਸਟ ਆਫ ਇੰਗਲਿਸ਼ ਪੀਟੀ ਜੋ ਆਪਣੇ ਪੰਜਾਬ 'ਚ ਬਹੁਤ ਮਸ਼ਹੂਰ ਹੈ, ਉਹ ਇਸ ਕੰਪਨੀ ਦਾ ਪ੍ਰੋਡਕਟ ਹੈ। ਸੋ ਉਹਨਾਂ ਦੀ ਕੋਲੈਬੋਰੇਸ਼ਨ ਦੇ ਨਾਲ ਅਸੀਂ ਇੱਥੇ ਇੰਟਰਨੈਸ਼ਨਲ ਐਜੂਕੇਸ਼ਨ ਨੂੰ ਲੈ ਕੇ ਆਏ ਹਾਂ। ਪੀਅਰਸਨ BTEC ਬਾਰੇ ਮੈਂ ਥੋੜ੍ਹਾ ਹੋਰ ਦੱਸਾਂਗਾ। ਇਹ UK ਦੀ ਸਭ ਤੋਂ ਵੱਡੀ ਵੋਕੇਸ਼ਨਲ ਬਾਡੀ ਹੈ। ਇਸ ਸਾਲ UK ਦੇ ਵਿੱਚ ਤਕਰੀਬਨ 2.5 ਲੱਖ ਸਟੂਡੈਂਟਸ ਨੇ। UK ਦੀ ਪਾਪੂਲੇਸ਼ਨ ਦੇ ਸਾਹਮਣੇ 2.5 ਲੱਖ ਬਹੁਤ ਵੱਡੀ ਪਾਪੂਲੇਸ਼ਨ ਹੁੰਦੀ ਹੈ। ਉਹਨਾਂ ਨੇ ਪੀਅਰਸਨ BTech ਕੁਆਲੀਫਿਕੇਸ਼ਨਸ ਕਰਕੇ ਯੂਨੀਵਰਸਿਟੀਜ਼ 'ਚ ਅੱਗੋਂ ਐਡਮਿਸ਼ਨਸ ਲਿੱਤੀਆਂ। ਸੋ ਲੈਵਲ 3 ਉਹਨਾਂ ਨੇ ਕੀਤਾ। ਸਿਮਿਲਰਲੀ ਪੀਅਰਸਨ ਦੇ ਲੈਵਲ 4 ਔਰ 5 ਜਿਹੜੀਆਂ ਕੁਆਲੀਫਿਕੇਸ਼ਨਸ ਹੈ, ਉਹ ਵਰਲਡ ਦੀਆਂ ਸਾਰੀਆਂ ਬੈਸਟ ਯੂਨੀਵਰਸਿਟੀਜ਼, ਟੌਪ ਆਫ ਦੀ ਲਾਈਨ ਯੂਨੀਵਰਸਿਟੀ, ਜਿੱਥੇ ਆਮ ਬੱਚੇ ਨੂੰ ਐਡਮਿਸ਼ਨ ਲੈਣਾ ਵੀ ਬਹੁਤ ਮੁਸ਼ਕਿਲ ਹੈ, ਉਹਨਾਂ ਦੇ ਵਿੱਚ ਉਹਨਾਂ ਦੇ ਫਸਟ ਈਅਰ ਔਰ ਸੈਕੰਡ ਈਅਰ ਦੇ ਬਰਾਬਰ ਗਿਣੀਆਂ ਜਾਂਦੀਆਂ। ਸੋ ਕਈ ਬੱਚਿਆਂ ਨੂੰ ਆਈਡੀਆ ਵੀ ਹੋਊਗਾ ਜੇ ਉਹਨਾਂ ਦੇ ਬ੍ਰਦਰ ਸਿਸਟਰ ਬਾਹਰ ਹੈਗੇ ਤਾਂ ਲੈਵਲ 4 ਲੈਵਲ 5 ਆਪਾਂ ਕੀ ਕਹਿੰਦੇ ਆ। ਸੋ ਲੈਵਲ 4 ਔਰ ਲੈਵਲ 5 ਦੀ ਇੰਟਰਨੈਸ਼ਨਲ ਐਜੂਕੇਸ਼ਨ ਉਹ ਅਸੀਂ ਆਪਣੇ ਇਸ ਪੀਅਰਸਨ BTech ਦੀ ਕੋਲੈਬੋਰੇਸ਼ਨ ਦੇ ਨਾਲ ਅਸੀਂ ਇੱਥੇ ਆਪਣੇ ਅਦਾਰੇ ਤੋਂ ਦਿਆਂਗੇ ਬੱਚਿਆਂ ਨੂੰ। ਤੁਹਾਡਾ ਸਾਫ਼-ਸਾਫ਼ ਕਹਿਣ ਦਾ ਭਾਵ ਇਹ ਹੈ ਕਿ ਜੋ ਐਜੂਕੇਸ਼ਨ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇੰਗਲੈਂਡ ਦੇ ਵਿੱਚ, ਉਸ ਇਨਵਾਇਰਨਮੈਂਟ ਦੇ ਵਿੱਚ, ਕਿਉਂਕਿ ਇਨਵਾਇਰਨਮੈਂਟ ਬਹੁਤ ਜ਼ਿਆਦਾ ਆਉਣ ਵਾਲੇ ਫਿਊਚਰ ਨੂੰ ਤੁਹਾਡੇ ਨੂੰ ਨਿਰਧਾਰਿਤ ਕਰਦਾ, ਉਸ ਤਰ੍ਹਾਂ ਦਾ ਇਨਵਾਇਰਨਮੈਂਟ ਤੁਸੀਂ ਇੱਥੇ ਦੇ ਰਹੇ ਹੋ। ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਸੁਣਿਆ। ਇਨਵਾਇਰਨਮੈਂਟ ਵੀ ਦੇ ਰਹੇ ਹਾਂ, ਉਹ ਕੁਆਲੀਫਿਕੇਸ਼ਨ ਵੀ ਇੱਥੇ ਹੋਣੀ ਹੈ। ਸੋ ਜਿਹੜਾ ਪੜ੍ਹਨ ਦਾ ਤਰੀਕਾ ਹੈ, ਜਿਹੜੀ ਆਪਾਂ ਐਜੂਕੇਸ਼ਨ ਲੈਣੀ ਹੈ, ਕਲਾਸਰੂਮ ਬੇਸਡ ਐਜੂਕੇਸ਼ਨ ਹੈ, ਉਹ ਥਿਓਰੀ ਬੇਸਡ, ਪ੍ਰੈਕਟੀਕਲ ਬੇਸਡ ਔਰ ਅਸਾਈਨਮੈਂਟ ਬੇਸਡ ਟੀਚਿੰਗ ਹੈ, ਉਹ ਅਸੀਂ ਇੱਥੇ ਦਿਆਂਗੇ। ਉਹਦਾ ਬੈਨੀਫਿਟ ਇੱਕ ਹੋਰ ਵੀ ਹੈ ਕਿ ਜਦੋਂ ਸਾਡੇ ਬੱਚੇ 18 ਸਾਲ ਦੇ +2 ਕਰਕੇ ਬਾਹਰ ਜਾਂਦੇ ਹੈ ਜਾਂ ਗ੍ਰੈਜੂਏਸ਼ਨ ਵੀ ਕਰ ਲੈਂਦੇ ਹੈ, ਉਹਨਾਂ ਨੂੰ ਇੰਡੀਆ ਦਾ ਐਜੂਕੇਸ਼ਨ ਸਿਸਟਮ ਇੱਕ ਡਿਫਰੈਂਟ ਹੈ ਔਰ ਉੱਥੇ ਜਾ ਕੇ ਉਹਨਾਂ ਨੂੰ ਡਿਫਰੈਂਟ ਤਰੀਕੇ ਨਾਲ ਪੜ੍ਹਨਾ ਪੈਂਦਾ। ਸੋ ਉਹਨਾਂ ਨੂੰ ਬਹੁਤ ਐਜੂਕੇਸ਼ਨ 'ਚ ਵੀ ਪ੍ਰੋਬਲਮਸ ਆਉਂਦੀਆਂ, ਜੋ ਮੇਰਾ ਐਕਸਪੀਰੀਅੰਸ ਵੀ ਹੈ। ਸੋ ਇਸੇ ਚੀਜ਼ ਨੂੰ ਦੇਖਦੇ ਹੋਏ ਅਸੀਂ ਇਹ ਸਿਸਟਮ ਲਿਆਂਦਾ ਹੈ ਕਿ ਬੱਚੇ ਇੱਥੇ ਪੜ੍ਹ ਸਕਣ। ਫਸਟ ਈਅਰ ਜਦੋਂ ਇੱਥੇ ਪੜ੍ਹਦੇ ਹੈ, ਸਾਡੇ ਜਿਹੜੇ ਟ੍ਰੇਨਰਸ ਹੈ, ਟੀਚਰਸ ਹੈ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਪੀਅਰਸਨ BTC ਤੋਂ, ਔਰ ਉਹ ਆਪਣੀ ਜਿਹੜੀ ਬੈਸਟ ਐਜੂਕੇਸ਼ਨ ਉਸੇ ਤਰੀਕੇ ਨਾਲ ਅਸੀਂ ਇੱਥੇ ਪੜ੍ਹਾਵਾਂਗੇ। ਸੋ ਜਦੋਂ ਬੱਚਾ ਸੈਕੰਡ ਈਅਰ ਜਾਂ ਥਰਡ ਈਅਰ 'ਚ ਜਾਂਦਾ ਆਪਣੇ ਦੂਸਰੇ ਕੰਟਰੀ ਦੇ ਵਿੱਚ, ਤਾਂ ਉਹਨੂੰ ਉੱਥੇ ਜਾ ਕੇ ਪੜ੍ਹਨ 'ਚ ਫਿਰ ਕੋਈ ਤਕਲੀਫ ਨਹੀਂ ਆਉਂਦੀ। ਸੋ ਡਾਕਟਰ ਸਾਹਿਬ, ਤੁਸੀਂ ਦੱਸ ਰਹੇ ਸੀ, ਜਿਵੇਂ ਤੁਸੀਂ ਲਿਖਿਆ ਵੀ ਹੋਇਆ ਕਿ ਬੈਨੀਫਿਟ ਆਫ ਪਾਥਵੇ ਪ੍ਰੋਗਰਾਮ, ਤੁਸੀਂ ਕਹਿ ਰਹੇ ਹੋ ਕਿ 20 ਲੱਖ ਰੁਪਈਆ ਵਿਦੇਸ਼ ਜਾਣ ਤੋਂ ਪਹਿਲਾਂ ਹੀ ਬਚਾ ਲੈਂਦਾ ਬੱਚਾ। ਯਾਨੀ ਉਹ ਜਿਹੜੇ ਬੱਚੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਬਾਹਰ ਜਾਣਾ ਵੀ ਚਾਹੁੰਦੇ ਨੇ, ਪਰ ਉਹ ਕਹਿੰਦੇ ਨੇ ਕਿ ਅਸੀਂ ਮਾਪਿਆਂ ਦੇ ਉੱਤੇ ਬਹੁਤਾ ਬੋਝ ਵੀ ਨਹੀਂ ਬਣਨਾ, ਉਹਨਾਂ ਲਈ ਮੈਨੂੰ ਲੱਗਦਾ ਕਿ ਇਹ ਬੈਸਟ ਹੈ ਪ੍ਰੋਗਰਾਮ ਤੁਹਾਡੇ ਮੁਤਾਬਕ। ਬਿਲਕੁਲ ਜੀ, ਬੈਨੀਫਿਟਸ ਬਹੁਤ ਹੈ, ਅਸੀਂ ਲਿਸਟ ਵੀ ਕੀਤੇ ਹੋਏ ਆ। ਬਟ ਜਿਵੇਂ ਤੁਸੀਂ ਫਾਈਨੈਂਸ਼ੀਅਲਸ ਦੀ ਗੱਲ ਕੀਤੀ ਹੈ, ਪੈਸੇ ਦੀ ਗੱਲ ਕੀਤੀ ਹੈ, ਤਾਂ ਜਦੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕੈਨੇਡਾ ਪੜ੍ਹੀਏ ਜਾਂ ਆਸਟ੍ਰੇਲੀਆ ਪੜ੍ਹੀਏ, 8 ਤੋਂ 12 ਲੱਖ ਤੱਕ ਦੀ ਰੇਂਜ ਹੈਗੀ ਹੈ। ਸੋ ਉਹੀ ਤੁਸੀਂ ਐਜੂਕੇਸ਼ਨ ਸਿਮਿਲਰ ਇੰਟਰਨੈਸ਼ਨਲ ਸਟੈਂਡਰਡ ਦੀ ਐਜੂਕੇਸ਼ਨ ਇੰਡੀਆ 'ਚ ਆਪਾਂ ਲੈਂਦੇ ਹਾਂ, ਤਾਂ ਉਹ ਤੁਹਾਨੂੰ ਤਕਰੀਬਨ 3-3.5 ਲੱਖ ਦੀ ਇੱਥੇ ਸਾਨੂੰ ਕੋਲੋਂ ਪਊਗੀ। ਸੋ ਉਹਦੇ ਵਿੱਚ 5 ਤੋਂ ਲੈ ਕੇ 10 ਲੱਖ ਰੁਪਏ ਦੀ 1 ਸਾਲ ਦੀ ਸੇਵਿੰਗ ਇੱਕ ਬੱਚੇ ਨੂੰ ਹੋ ਸਕਦੀ ਹੈ। ਔਰ ਅਗਰ ਬੱਚਾ 2 ਸਾਲ ਇੱਥੇ ਪੜ੍ਹਦਾ ਹੈ ਤਾਂ ਉਹ ਕਿਧਰੇ ਵੀ 15 ਤੋਂ 20 ਲੱਖ ਰੁਪਇਆ ਆਪਣਾ ਬਚਾ ਸਕਦਾ ਹੈ ਐਜੂਕੇਸ਼ਨ ਜਾਣ ਤੋਂ ਪਹਿਲੇ ਹੀ। ਤੀਸਰੇ ਸਾਲ ਆਪਾਂ ਇੰਨੇ ਪੈਸੇ ਦੂਜੇ ਵਿਦੇਸ਼ਾਂ ਨੂੰ, ਇੰਸਟੀਟਿਊਸ਼ਨਾਂ ਨੂੰ ਦੇ ਰਹੇ ਹਾਂ, ਆਪਣੀ ਕਰੰਸੀ ਦੇ ਵੀ ਫਰਕ ਹੈ। ਵੱਡੀ ਇੱਥੇ ਪ੍ਰੋਬਲਮ ਡਾਕਟਰ ਸਾਹਿਬ ਮੈਨੂੰ ਲੱਗਦਾ ਇਹੀ ਹੈ ਕਿ ਜਿਹੜੀਆਂ ਕਰੰਸੀਆਂ ਨੇ ਸਾਡੇ ਤੋਂ ਹਾਈ ਨੇ, ਤੇ ਵੱਡੀ ਮੋਟੀ ਅਮਾਊਂਟ ਹੈ ਜਿਹੜੀ ਹਰੇਕ ਸਾਲ ਪੰਜਾਬ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ, ਉਹ ਵੀ ਤੁਸੀਂ ਕਿਤੇ ਨਾ ਕਿਤੇ ਹੱਲ ਲੱਭਿਆ। ਕੋਸ਼ਿਸ਼ ਕਰ ਰਹੇ ਹਾਂ ਜੀ, ਜੋ ਦੇਸ਼ ਦਾ ਬੈਨੀਫਿਟ ਕਰ ਸਕੀਏ ਉਹਦੇ ਵਿੱਚ ਬੈਨੀਫਿਟ ਤਾਂ ਹੈ ਹੀ ਹੈ। ਔਰ ਉਸ ਤੋਂ ਇਲਾਵਾ ਹੁਣ ਇਕੋਨਮੀ ਵੀ ਤੁਹਾਨੂੰ ਪਤਾ ਹੈ ਕਿਵੇਂ ਚੱਲ ਰਹੀ ਹੈ, ਫਾਰਮ ਬਿੱਲਾਂ ਕਰਕੇ ਵੀ ਬੜੇ ਅੱਗੋਂ ਮਸਲੇ ਪੈਦਾ ਹੋਣ ਵਾਲੇ ਹੈ, ਲੋਕਾਂ ਦਾ ਬੜੇ ਡਾਊਟ ਹੈਗੇ, ਇਨਕਮ ਕਿਵੇਂ ਜਾਊਗੀ। ਸੋ ਉਹਦੇ ਵਿੱਚ ਵੀ ਇਹ ਫਾਈਨੈਂਸ਼ੀਅਲ ਬੈਨੀਫਿਟ ਸਕੀਮ ਹੈਗੀ ਹੈ। ਜੀ ਡਾਕਟਰ ਸਾਹਿਬ, ਅਸੀਂ ਗੱਲ ਸਭ ਤੋਂ ਪਹਿਲਾਂ ਛੇੜ ਲੈਂਦੇ ਹਾਂ ਆਸਟ੍ਰੇਲੀਆ ਦੇ ਵਿੱਚ। ਆਸਟ੍ਰੇਲੀਆ ਦਾ ਬੜਾ ਕਰੇਜ਼ ਆ ਸਾਡੇ ਪੰਜਾਬੀਆਂ ਨੂੰ, ਤੇ ਤੁਸੀਂ ਇੱਥੇ ਦੱਸਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਿਹੜੇ ਪ੍ਰੋਗਰਾਮ ਤੁਸੀਂ ਇੱਥੋਂ ਚਲਾ ਰਹੇ ਹੋ, ਔਰ ਕਿਹੜੇ ਪ੍ਰੋਗਰਾਮਾਂ ਦੀ ਉੱਥੇ ਜ਼ਿਆਦਾ ਡਿਮਾਂਡ ਹੈ ਤੁਹਾਡੇ ਮੁਤਾਬਕ। ਬੜਾ ਵੱਡਾ ਤਜਰਬਾ ਤੁਹਾਡਾ ਇਸ ਲਾਈਨ ਦੇ ਵਿੱਚ। ਬਿਲਕੁਲ ਜੀ, ਮੈਂ ਆਸਟ੍ਰੇਲੀਆ ਪੜ੍ਹਿਆ ਵੀ ਹਾਂ, ਕੰਮ ਵੀ ਕੀਤਾ ਹੈ, ਉੱਥੋਂ ਦੀ ਰੈਜ਼ੀਡੈਂਸੀ ਵੀ ਲਿੱਤੀ ਹੈ, ਔਰ ਹੁਣ ਆ ਕੇ ਦੇਸ਼ 'ਚ ਹੈਲਪ ਵੀ ਕਰ ਰਹੇ ਹਾਂ। ਸੋ ਆਸਟ੍ਰੇਲੀਆ ਜਿਹੜੇ ਬੱਚੇ ਜਾਣਾ ਚਾਹੁੰਦੇ ਆ, ਉਹਨਾਂ ਨੂੰ ਜਿਹੜੇ ਪੰਜਾਬ ਦੇ ਖਾਸ ਕਰਕੇ ਬੱਚੇ ਆਪਣੇ ਜਾਂ ਰੀਜਨ ਦੇ ਆ, ਜਿਵੇਂ ਹਰਿਆਣਾ ਬੋਰਡ ਤੇ ਪੰਜਾਬ ਬੋਰਡ ਦੇ ਬੱਚੇ ਹੈ, ਉਹਨਾਂ ਨੂੰ ਉਹਨਾਂ ਕੰਟਰੀਆਂ ਦੇ ਵਿੱਚ ਕਈ ਇੰਸਟੀਟਿਊਸ਼ਨਸ ਐਡਮਿਸ਼ਨ ਨਹੀਂ ਦਿੰਦੇ। ਸੋ ਅਗਰ ਉਹ ਇੱਥੇ ਫਸਟ ਈਅਰ ਪੜ੍ਹ ਲੈਂਦੇ ਆ ਤਾਂ ਉਹ ਇੱਕ ਇੰਟਰਨੈਸ਼ਨਲ ਸਟੂਡੈਂਟ ਬਣ ਜਾਂਦੇ ਆ, ਔਰ ਉਹਨਾਂ ਨੂੰ ਅੱਗੇ ਸੈਕੰਡ ਈਅਰ 'ਚ ਐਡਮਿਸ਼ਨ ਆਸਾਨ ਹੈ। ਸੋ ਪੰਜਾਬ ਬੋਰਡ ਦੇ ਬੱਚੇ, ਹਰਿਆਣਾ ਬੋਰਡ ਦੇ ਬੱਚੇ ਜਾਂ ਸਟੇਟ ਬੋਰਡ ਦੇ ਬੱਚੇ ਜਿਨ੍ਹਾਂ ਨੂੰ ਲੈਵਲ 1 ਦੀ ਯੂਨੀਵਰਸਿਟੀ 'ਚ ਡਾਇਰੈਕਟ ਐਡਮਿਸ਼ਨ ਨਹੀਂ ਮਿਲਦੀ, ਉਹ ਸਾਡੇ ਥਰੂ ਇੱਥੋਂ ਜਾ ਸਕਦੇ ਹੈ। ਸੈਕੰਡਲੀ ਫਾਈਨੈਂਸ਼ੀਅਲ ਬੈਨੀਫਿਟ, ਆਸਟ੍ਰੇਲੀਆ ਦੀ ਪੜ੍ਹਾਈ ਸਭ ਤੋਂ ਮਹਿੰਗੀ ਹੈ। ਅਗਰ ਆਪਾਂ ਇਹਨਾਂ ਨਾਲ ਗੱਲ ਕਰੀਏ, ਕਿਧਰੇ ਵੀ $26,000
ਡਾਲਰ ਤੋਂ ਸ਼ੁਰੂ ਹੁੰਦੀਆਂ। ਸੋ 13 ਲੱਖ ਉਹ ਫਾਈਨੈਂਸ਼ੀਅਲ ਬੈਨੀਫਿਟ ਆਸਟ੍ਰੇਲੀਆ ਵਾਸਤੇ ਹੈਗਾ। ਔਰ ਉਸ ਤੋਂ ਇਲਾਵਾ ਜਿਹੜੀ ਉੱਥੋਂ ਦੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈਗੀ ਹੈ, ਉਹ ਵੀ ਜੇ ਅੱਛੀ ਯੂਨੀਵਰਸਿਟੀ ਲਈਏ ਤਾਂ 6 ਈਚ ਮੰਗਦੀਆਂ। ਸੋ ਉਹ ਇੱਥੇ ਬੱਚੇ ਸਾਡੇ ਨਾਲ 5 ਬੈਂਡ 'ਚ ਸਟਾਰਟ ਕਰ ਸਕਦੇ। ਅਸੀਂ ਉਹਨਾਂ ਨੂੰ ਇੰਪਰੂਵ ਕਰਾਵਾਂਗੇ। ਬੀਇੰਗ ਅ ਪੀਅਰਸਨ ਪਾਰਟਨਰ ਅਸੀਂ ਉਹਨਾਂ ਨੂੰ PT ਦੀ ਵੀ ਕੋਚਿੰਗ ਦਿਆਂਗੇ, ਉਹ ਹੈਲਪ ਕਰਾਂਗੇ ਉਹਨਾਂ ਨੂੰ ਵੀਜ਼ਾ ਅਸੈਸਮੈਂਟ ਲੈ ਫੁੱਲ ਫਲੈਜ ਤੁਸੀਂ ਪੈਕੇਜ ਬਣਾ ਕੇ ਇੱਥੋਂ ਤੋਰ ਦਿਓ। ਬਿਲਕੁਲ ਕੋਸ਼ਿਸ਼ ਹੈ ਜੀ ਬੱਚਿਆਂ ਦਾ ਕਰੀਅਰ ਸਕਸੈਸਫੁਲ ਕਰੀਏ। ਗੈਪ ਨਹੀਂ ਆਸਟ੍ਰੇਲੀਆ ਅਸੈਪਟ ਕਰਦਾ। ਸੋ ਗੈਪ ਵਾਸਤੇ ਸਾਡੇ ਇਹ ਪ੍ਰੋਗਰਾਮ ਆਸਟ੍ਰੇਲੀਅਨ ਬੱਚੇ ਜਿਹੜੇ ਜਿਨ੍ਹਾਂ ਦੇ ਦੋਸਤ ਭਰਾ ਰਿਸ਼ਤੇਦਾਰ ਹੈਗੇ ਔਰ ਉੱਥੇ ਜਾ ਕੇ ਨਾਲ ਉਹਨਾਂ ਨਾਲ ਪੜ੍ਹਨਾ ਚਾਹੁੰਦੇ ਉਹਨਾਂ ਲਈ ਵੀ ਇਹ ਬਹੁਤ ਬੈਨੀਫੀਸ਼ੀਅਲ ਸਕੀਮ ਹੈ। ਤੇ ਡਾਕਟਰ ਸਾਹਿਬ ਇੰਗਲੈਂਡ ਦਾ ਬੜਾ ਜ਼ਿਆਦਾ ਕਰੇਜ਼ ਇਸ ਵੇਲੇ ਹੋਇਆ ਹੋਇਆ ਹੈ। ਸਭ ਤੋਂ ਪਹਿਲਾਂ ਬੱਚਾ ਉਹਨੇ ਚਾਹੇ ਉਹਦਾ ਪ੍ਰੋਗਰਾਮ ਕੈਨੇਡਾ ਦਾ ਹੀ ਹੋਵੇ ਚਾਹੇ ਆਸਟ੍ਰੇਲੀਆ ਦਾ ਹੋਵੇ, ਲੇਕਿਨ ਜਿਹੜਾ ਕਹਿੰਦਾ ਮੈਨੇ ਇੰਗਲੈਂਡ ਪੜ੍ਹਨਾ ਹੈ, ਮੈਨੇ ਵਲੈਤ ਪੜ੍ਹਨਾ ਹੈ। ਸਾਡੇ ਇੱਥੇ ਪੰਜਾਬ 'ਚ ਵਲੈਤ ਦਾ ਮਤਲਬ ਹੀ ਇੰਗਲੈਂਡ ਲਿਆ ਜਾਂਦਾ ਹੈ। ਤੇ ਇਹਦੇ ਵਿੱਚ ਕੀ ਫੈਸਿਲੀਟੇਟ ਕਰ ਸਕਦੇ ਹੋ ਤੁਸੀਂ ਬੱਚਿਆਂ ਨੂੰ? ਗੈਪ ਇੱਥੇ ਚੱਲ ਸਕਦਾ ਹੈ? ਮਤਲਬ ਬਹੁਤ ਸਾਰੇ ਸਵਾਲ ਜਿਹੜੀ ਪਿਛਲੀ ਮੁਲਾਕਾਤ ਦੇ ਵਿੱਚ ਆਏ ਸੀ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਸਵਾਲਾਂ ਦੇ ਜਵਾਬ ਵੀ ਅਸੀਂ ਨਾਲੋਂ ਨਾਲ ਲੈਂਦੇ ਰਹੀਏ ਜੀ। ਯੂਕੇ ਜੇ ਕੰਪਨੀ ਹੈ ਉਹ ਬੇਸਡ ਯੂਕੇ ਹੈ ਜੀ। ਸਾਰਾ ਮਾਡਲ ਹੀ ਯੂਕੇ ਐਜੂਕੇਸ਼ਨ ਦਾ ਹੈ। ਯੂਕੇ ਦੀ ਐਜੂਕੇਸ਼ਨ ਬਹੁਤ ਮਹਿੰਗੀ ਹੈ, 10 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਐਨੂਅਲੀ। ਸੋ ਜਿਹੜੇ ਬੱਚੇ ਇੱਥੇ ਸਾਡੇ ਕੋਲ ਪੜ੍ਹਨਗੇ ਉਹ ਆਪਣੀ ਸੇਵਿੰਗ ਕਰ ਸਕਦੇ ਆ, ਗੈਪ ਕਰ ਸਕਦੇ ਆ। ਯੂਕੇ ਦੀਆਂ ਨਵੀਆਂ ਗਾਈਡਲਾਈਨਸ ਆਈਆਂ ਜਿਹਦੇ ਵਿੱਚ ਤੁਹਾਨੂੰ 5.5 ਬੈਂਡ ਮਿਨੀਮਮ ਹੁਣ ਰਿਕੁਆਇਰਮੈਂਟ ਹੈ। ਹੁਣ ਪਹਿਲੇ ਜਿਹੜੇ ਬੱਚਿਆਂ ਦੇ ਮਾਈਂਡ 'ਚ ਹੁੰਦਾ ਸੀ ਵਿਦਾਊਟ ਆਈਲੈਟਸ ਚਲੇ ਜਾਵਾਂਗੇ ਸਾਨੂੰ ਉੱਥੇ ਐਡਮਿਸ਼ਨ ਮਿਲ ਜਾਏਗੀ, ਉਹ ਵੀ ਹੁਣ ਯੂਕੇ ਨੇ ਵੀ ਟਫ ਕਰਤਾ। ਸੋ ਵਿਦ 5.5 ਇਨ ਈਚ ਮੋਡਿਊਲ ਹੁਣ ਤੁਹਾਨੂੰ ਚਾਹੀਦਾ ਯੂਕੇ ਜਾ ਕੇ ਪੜ੍ਹਨ ਵਾਸਤੇ ਵੀ। ਸੋ ਉਹ ਵੀ ਤੁਹਾਨੂੰ ਇੱਥੇ ਬੈਨੀਫਿਟ ਹੈ। ਜੇ ਬੱਚੇ ਦੇ 5.5 ਬੈਂਡ ਹੈ ਜਾਂ ਉਹ 5 ਵੀ ਹੈਗੇ ਤਾਂ ਉਹ ਸਾਡੇ ਤੋਂ ਐਡਮਿਸ਼ਨ ਲੈ ਸਕਦਾ। ਡਿਊਰਿੰਗ ਦੀ ਸਟੱਡੀ ਉਹ ਆਪਾਂ ਉਹਨੂੰ ਹੈਲਪ ਕਰਦੇ ਹਾਂ ਪੂਰਾ ਸਾਡੇ ਕੋਲ ਇੱਥੇ ਟ੍ਰੇਨਰਸ ਹੈਗੇ ਆ ਜੋ ਉਹਦੀ ਆਈਲੈਟਸ PT ਕਲਾਸਿਸ ਦੇਵਾਂਗੇ ਔਰ ਉਹਨੂੰ ਜੋ ਵੀ ਉਹਨਾਂ ਦੀ ਵੀਜ਼ਾ ਰਿਕੁਆਇਰਮੈਂਟਸ ਹੈਗੀਆਂ ਜਿਹੜੇ ਕੰਟਰੀਜ਼ ਤੋਂ ਜਾਣਾ ਚਾਹੁੰਦੇ ਆ ਉਹ ਅਸੀਂ ਉਹਨਾਂ ਨੂੰ ਤਿਆਰ ਕਰਕੇ ਭੇਜਾਂਗੇ। ਤੇ ਡਾਕਟਰ ਸਾਹਿਬ ਕੈਨੇਡਾ ਦੀ ਗੱਲ ਕਰੀਏ, ਆਪਾਂ ਮੇਨ ਮੁੱਦੇ 'ਤੇ ਆਈਏ ਕਿਉਂਕਿ ਸਾਡੇ ਪੰਜਾਬੀਆਂ ਨੂੰ ਜਹਾਜ਼ੇ ਚੜ੍ਹਨਾ ਅਤੇ ਜਹਾਜ਼ੇ ਜਾਣਾ ਵੀ ਅਸੀਂ ਕੈਨੇਡਾ ਹੀ ਹੈ। ਅਤੇ ਕੈਨੇਡਾ ਦੇ ਵਿੱਚ ਕਿਸ ਤਰੀਕੇ ਨਾਲ ਕਿਹੜੇ ਪ੍ਰੋਗਰਾਮ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਬਿਜ਼ਨਸ ਦੇ ਵਿੱਚ ਹੋਸਪਿਟੈਲਿਟੀ, ਟੂਰਿਜ਼ਮ ਹੈਗਾ, ਇਸੇ ਤਰੀਕੇ ਨਾਲ ਗ੍ਰਾਫਿਕ ਡਿਜ਼ਾਈਨਿੰਗ ਹੈਗੀ ਹੈ ਇੱਥੇ, ਔਰ ਹੈਲਥ ਔਰ ਐਜੂਕੇਸ਼ਨ, ਜਿਹੜੇ ਇਸ ਫੀਲਡ ਦੇ ਵਿੱਚ ਇਸ ਸੰਸਥਾ ਦੇ ਵਿੱਚ ਡਾਕਟਰ ਸਾਹਿਬ ਮੈਨੂੰ ਲੱਗਦਾ ਤੁਹਾਡੀ ਮੁਹਾਰਤ ਹੈ ਕੈਨੇਡਾ ਦੇ ਵਿੱਚ। ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਜਿਹੜੇ ਬੱਚੇ ਸਾਨੂੰ ਪੁੱਛ ਰਹੇ ਸੀ ਪਿਛਲੀ ਮੁਲਾਕਾਤ ਦੇ ਵਿੱਚ ਕਿ ਅਸੀਂ ਪ੍ਰੋਫੈਸ਼ਨ ਕਿਹੜਾ ਚੂਜ਼ ਕਰੀਏ ਤਾਂ ਕਿ ਸਾਨੂੰ ਜਾ ਕੇ ਉੱਥੇ ਪੈਟਰੋਲ ਪੰਪਾਂ ਦੇ ਉੱਤੇ, ਸਰਵਿਸ ਸਟੇਸ਼ਨਾਂ ਦੇ ਉੱਤੇ ਜਿਹੜਾ ਔਰ ਰੈਸਟੋਰੈਂਟਾਂ ਦੇ ਬੈਕ ਡੋਰ ਦੇ ਵਿੱਚ ਉਹ ਸਾਨੂੰ 3rd ਕਲਾਸ ਜੌਬ ਨਾ ਕਰਨੀ ਪਵੇ। ਦੇਖੋ ਜੇ ਬੱਚਾ ਅਨਸਕਿਲਡ ਜਾਊਗਾ ਤਾਂ ਉਹਨੂੰ ਉੱਥੇ ਜਾ ਕੇ ਤਾਂ ਇਹ ਜਿਹੇ ਕੰਮ ਕਰਨੇ ਪੈਂਦੇ ਆ। ਜੇ ਉਹ ਇੱਥੋਂ ਆਪਣੀ ਐਜੂਕੇਸ਼ਨ ਲੈ ਕੇ ਇੱਕ ਬੇਸਿਕ ਫੰਡਾਮੈਂਟਲਸ ਆਪਣੇ ਕਲੀਅਰ ਕਰਕੇ ਜਾਂਦਾ ਹੈ, ਕਿਉਂਕਿ ਬੱਚਿਆਂ ਦੇ ਪ੍ਰੈਸ਼ਰ ਹੁੰਦਾ 20 ਘੰਟੇ ਕੰਮ ਵੀ ਕਰਨਾ ਹੈ, ਆਪਣੀ ਅਰਨਿੰਗ ਵੀ ਕਰਨੀ ਹੈ, ਅੱਗੋਂ ਸ਼ਾਇਦ ਅਗਲੇ ਸਾਲ ਦੀ ਫੀਸ ਵੀ ਇਕੱਠੀ ਕਰਨੀ ਹੈ। ਸੋ ਇਹਨਾਂ ਚੀਜ਼ਾਂ ਨੂੰ ਅਗਰ ਉਹ ਸਕਿੱਲ ਲੈ ਕੇ ਜਾਂਦੇ ਆ ਤਾਂ ਉਹਨਾਂ ਨੂੰ ਇਹ ਜਿਹੀ ਜੌਬਸ ਨਹੀਂ ਕਰਨੀਆਂ ਪੈਂਦੀਆਂ। ਸੋ 1 ਸਾਲ ਇੱਥੇ ਪੜ੍ਹਨ ਦਾ ਬੈਨੀਫਿਟ ਇਹੀ ਹੋਊਗਾ ਕਿ ਉਹਨਾਂ ਕੋਲ ਉਹ ਸਕਿੱਲਸ ਆ ਜਾਣਗੀਆਂ ਔਰ ਜਾ ਕੇ ਉਹ ਕੰਮ ਕਰ ਸਕਦੇ ਆ। ਜਿਹੜੇ ਅਸੀਂ ਇੱਥੇ ਪ੍ਰੋਗਰਾਮ ਸ਼ੁਰੂ ਕੀਤੇ ਉਹ ਉਹੀ ਪ੍ਰੋਗਰਾਮ ਹੈ ਜਿਨ੍ਹਾਂ ਦੀ ਉੱਥੇ ਹਾਈ ਡਿਮਾਂਡ ਹੈ। ਬਿਜ਼ਨਸ ਸਟੂਡੈਂਟਸ ਬਹੁਤ ਜਾਂਦਾ ਹੈ। ਬਿਜ਼ਨਸ ਸਟੂਡੈਂਟ ਕੈਨੇਡਾ ਜਾਂਦਾ, ਉਹਨਾਂ ਨੂੰ ਇੱਕ ਹੋਰ ਬੜੀ ਪ੍ਰੋਬਲਮ ਆਉਂਦੀ ਕਾਮਰਸ ਦੇ ਬੱਚਿਆਂ ਨੂੰ ਆਪਣਿਆਂ ਨੂੰ, ਉਹਨਾਂ ਕੋਲ ਮੈਥ ਨਹੀਂ ਹੁੰਦਾ। ਸੋ ਮੈਥ ਜਿਨ੍ਹਾਂ ਕੋਲ ਬੱਚਿਆਂ ਕੋਲ ਨਹੀਂ ਹੈ, ਬਹੁਤ ਸਾਰੇ ਜਿਹੜੇ ਗੌਰਮੈਂਟ ਕਾਲਜਿਸ ਹੈਗੇ ਆ, ਪਬਲਿਕ ਕਾਲਜਿਸ ਹੈਗੇ ਆ, ਯੂਨੀਵਰਸਿਟੀਜ਼ ਹੈ ਕੈਨੇਡਾ ਦੀਆਂ, ਉਹ ਐਡਮਿਸ਼ਨਸ ਨਹੀਂ ਦਿੰਦੀਆਂ। ਸੋ ਬਾਏ ਜੁਆਇਨਿੰਗ ਦਿਸ ਪ੍ਰੋਗਰਾਮ ਉਹਨਾਂ ਦੀ ਇਹ ਪ੍ਰੋਬਲਮ ਵੀ ਸੈਟਲ ਹੋ ਜਾਂਦੀ ਹੈ ਬਿਕੋਜ਼ ਉਹਨਾਂ ਨੇ ਬਿਜ਼ਨਸ ਮੈਨੇਜਮੈਂਟ ਇੱਥੇ ਸਾਡੇ ਤੋਂ ਪਹਿਲੇ ਸਾਲ ਪੜ੍ਹ ਲਿਆ ਹੁੰਦਾ। ਸੋ ਜਿੰਨੇ ਵੀ ਅਸੀਂ ਇਹ ਪ੍ਰੋਗਰਾਮ ਲਾਂਚ ਕੀਤੇ ਆ ਇਹ ਰਿਸਰਚ ਕਰਕੇ ਕੀਤੇ ਆ ਕਿ ਉੱਥੇ ਕਿਹੜੇ ਇਹਨਾਂ ਟ੍ਰੇਡਸ ਡਿਮਾਂਡ ਹੈ। ਸੋ ਉਹੀ ਪ੍ਰੋਗਰਾਮ ਯੂਜ਼ ਕੀਤੇ ਆ। ਬੱਚੇ ਇੱਥੋਂ ਆਪਣੇ ਪੰਜਾਬ 'ਚ ਜ਼ਿਆਦਾਤਰ ਹੋਸਪਿਟੈਲਿਟੀ, ਅਰਲੀ ਚਾਈਲਡਹੁੱਡ ਐਜੂਕੇਸ਼ਨ ਲੈ ਕੇ ਜਾਂਦੇ ਆ, ਹੈਲਥ ਐਡਮਿਨਿਸਟ੍ਰੇਸ਼ਨ ਲੈ ਕੇ ਜਾਂਦੇ, ਮੈਡੀਕਲ ਸਟੂਡੈਂਟ। ਸੋ ਸਾਰੇ ਹੀ ਆਰਟ, ਸਾਇੰਸ, ਕਾਮਰਸ ਤਿੰਨਾਂ ਸਟਰੀਮਸ ਦੇ ਬੱਚਿਆਂ ਦੇ ਲਈ ਅਸੀਂ ਇਹ ਪ੍ਰੋਗਰਾਮ ਲੈ ਕੇ ਆਏ ਹਾਂ। ਸੋ ਰੋਟੀ, ਕੱਪੜਾ ਔਰ ਮਕਾਨ ਜਿਹੜੇ ਬੇਸਿਕ ਨੀਡ ਆ ਅਸੀਂ ਉਹਨਾਂ ਨੂੰ ਪੂਰਾ ਧਿਆਨ ਰੱਖਿਆ ਜੀ ਕਿ ਬੱਚਿਆਂ ਨੂੰ ਹੋਸਪਿਟੈਲਿਟੀ, ਫੈਸ਼ਨ ਡਿਜ਼ਾਈਨਿੰਗ, ਗ੍ਰਾਫਿਕਸ, ਬਿਜ਼ਨਸ ਮੈਨੇਜਮੈਂਟ ਪੂਰੇ ਪ੍ਰੋਗਰਾਮਸ 'ਚ ਕਵਰ ਕੀਤਾ ਜਾਵੇ। ਸੋ ਤੁਸੀਂ ਦੇਖਿਆ ਕਿ ਕੈਨੇਡਾ ਦੇ ਲਈ ਖਾਸ ਪ੍ਰੋਗਰਾਮ ਜਿਹੜੇ ਇੱਥੇ ਉਹ ਚਲਾਏ ਜਾ ਰਹੇ ਨੇ ਔਰ ਨਾਲੋਂ ਨਾਲ ਡਾਕਟਰ ਸਾਹਿਬ ਦਾ ਇੱਕ ਹੋਰ ਬੜਾ ਵਧੀਆ ਇੱਥੇ ਇਨੀਸ਼ੀਏਟਿਵ ਲਿਆ ਹੈ ਕਿ ਉਹ ਅਮਰੀਕਾ ਦੇ ਵਿੱਚ ਡਾਕਟਰ ਸਾਹਿਬ ਪੋਸੀਬਲ ਹੈਗਾ। ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਜਿੰਨੀ ਜੁਗਾੜਬਾਜ਼ੀ ਅਮਰੀਕਾ ਦੇ ਲਈ ਹੋ ਰਹੀ ਹੈ, ਅਮਰੀਕਾ ਦੇ ਵਿੱਚ ਪੜ੍ਹਨ ਦੇ ਲਈ ਹੋ ਰਹੀ ਹੈ, ਉਹ ਮੈਨੂੰ ਲੱਗਦਾ ਕਿ ਕਿਸੇ ਮੁਲਕ 'ਚ ਵੀ ਨਹੀਂ ਹੁੰਦੀ। ਤੁਸੀਂ ਪੋਸੀਬਲ ਹੈ ਇਹ ਇਮਾਨਦਾਰੀ ਨਾਲ ਦੱਸੋ ਕਿ ਇਹ ਪੋਸੀਬਲ ਹੈ ਕਿ ਅਸੀਂ ਇੱਥੇ ਪਹਿਲਾਂ 2 ਸਾਲ ਇੱਥੇ ਤੁਹਾਡੇ ਕੋਲ ਪੜ੍ਹੇ ਬੱਚਾ ਅਤੇ ਉਸ ਤੋਂ ਬਾਅਦ ਅਮਰੀਕਾ ਜਾ ਕੇ ਪੜ੍ਹ ਲਵੇ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਤੁਹਾਡੇ ਕੋਲ ਲਿਸਟਡ? ਹਾਂਜੀ, ਸਾਡੇ ਕੋਲ ਆਲਮੋਸਟ 89 ਯੂਨੀਵਰਸਿਟੀਜ਼ ਆਫ USA ਦੀਆਂ ਹੈਗੀਆਂ ਜਿਹੜੀਆਂ ਟਾਪ ਲਿਸਟਡ ਯੂਨੀਵਰਸਿਟੀਜ਼ ਹੈ। ਉਹਨਾਂ ਯੂਨੀਵਰਸਿਟੀਜ਼ ਦੇ ਨਾਲ ਪਾਥਵੇ ਪ੍ਰੋਗਰਾਮ ਹੈ। ਪੀਅਰਸਨ ਕੰਪਨੀ UK US
ਬੇਸਡ ਕੰਪਨੀ ਹੈਗੀ ਹੈ। USA ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬੱਚਿਆਂ ਨੂੰ ਪ੍ਰੋਬਲਮਸ ਆਉਂਦੀਆਂ, US ਐਮਬੈਸੀ ਬੜੀ ਚੂਜ਼ੀ ਹੈ, 2-2 3-3 ਵਾਰ ਇੰਟਰਵਿਊਜ਼ ਤੋਂ ਬਾਅਦ ਬੱਚਿਆਂ ਦੀ ਰਿਜੈਕਸ਼ਨਸ ਤੋਂ ਬਾਅਦ ਫਿਰ ਵੀ ਜਾ ਕੇ ਵੀਜ਼ਾ ਦਿੰਦੀ ਹੈ। ਇਸ ਤਰ੍ਹਾਂ ਨਹੀਂ ਹੈ ਕਿ ਵੀਜ਼ਾ ਨਹੀਂ ਦਿੰਦੇ। ਅਗਰ ਆਪਾਂ ਨੰਬਰਸ ਦੀ ਗੱਲ ਕਰੀਏ ਤਾਂ ਹਾਈਐਸਟ ਨੰਬਰ ਆਫ ਸਟੂਡੈਂਟ ਇੰਡੀਆ ਤੋਂ ਵੀ ਅਤੇ ਵਰਲਡ ਤੋਂ ਵੀ USA ਜਾ ਕੇ ਪੜ੍ਹਦੇ ਆ। USA ਦੀਆਂ ਯੂਨੀਵਰਸਿਟੀਜ਼ ਹਾਰਵਰਡ ਹੋਈਆਂ ਜਾਂ ਹੋਰ ਟੌਪ ਯੂਨੀਵਰਸਿਟੀ ਸਟੇਟ ਯੂਨੀਵਰਸਿਟੀਜ਼ ਹੈਗੀਆਂ, ਦੇ ਆਰ ਵਰਲਡ ਬੈਸਟ। ਇਹਦਾ ਤਾਂ ਕੋਈ ਕੰਪੈਰੀਜ਼ਨ ਕੋਈ ਚੈਲੰਜ ਨਹੀਂ ਕਰ ਸਕਦਾ। ਸੋ ਹਰ ਕੋਈ ਚਾਹੁੰਦਾ ਆਪਾਂ ਬੈਸਟ ਯੂਨੀਵਰਸਿਟੀ 'ਚ ਪੜ੍ਹੀਏ, ਲੇਕਿਨ USA ਉਸੇ ਤਰੀਕੇ ਨਾਲ ਬੈਸਟ ਸਟੂਡੈਂਟ ਵੀ ਲੈਣਾ ਚਾਹੁੰਦਾ ਹੈ। ਉਹ ਸਟੂਡੈਂਟ ਲੈਣਾ ਚਾਹੁੰਦਾ ਜਿਹੜੇ ਪੜ੍ਹ ਸਕਦੇ ਹੈ, ਜਿਹੜੇ ਅੱਗੇ ਜਾ ਸਕਦੇ ਹੈ, ਉੱਥੇ ਜਾ ਕੇ ਸਸਟੇਨ ਕਰ ਸਕਦੇ ਆ, ਉਹਨਾਂ ਕੋਲ ਸਕਿੱਲਸ ਵੀ ਹੋਣ ਇਸ ਚੀਜ਼ ਦੀਆਂ। ਸੋ ਇਸ ਚੀਜ਼ ਨੂੰ ਲੈਂਦੇ ਹੋਏ ਇਹ ਇੱਕ ਇੰਟਰਨੈਸ਼ਨਲ ਪ੍ਰੋਗਰਾਮ ਇਹ ਜਿਹਾ ਹੈ, ਜਦੋਂ ਵੀਜ਼ਾ ਆਫਿਸਰ ਦੇਖਦਾ ਹੈ ਕਿ ਬੱਚੇ ਨੇ ਇੰਟਰਨੈਸ਼ਨਲ ਐਜੂਕੇਸ਼ਨ ਲਿੱਤੀ ਹੋਈ ਹੈ, ਇੱਕ ਕੁਆਲਿਟੀ ਸਟੈਂਡਰਡ ਦੇ ਪੜ੍ਹਿਆ ਹੋਇਆ, ਉਹਦੇ ਕੋਲ ਸਕਿੱਲ ਹੈ ਔਰ ਸੀਰੀਅਸ ਸਟੂਡੈਂਟ ਹੈ, ਤਾਂ ਆਈ ਡੋਂਟ ਥਿੰਕ ਉਹਦੇ ਕੋਲ ਰੀਜ਼ਨ ਹੁੰਦਾ ਕਿ ਉਹ ਵੀਜ਼ਾ ਰਿਜੈਕਟ ਕਰ ਸਕੇ ਜਾਂ ਬੱਚੇ ਨੂੰ ਨਾ ਆਪਣੇ ਕੰਟਰੀ ਆਉਣ ਨੂੰ ਰੋਕ ਸਕੇ, ਉਹਦੀ ਐਜੂਕੇਸ਼ਨ 'ਚ ਕਿਧਰੇ ਹਿੰਡਰੈਂਸ ਬਣ ਸਕੇ। ਡਾਕਟਰ ਸਾਹਿਬ, ਟੋਟਲ ਕੁੱਲ ਮਿਲਾ ਕੇ ਇਸ ਪ੍ਰੋਗਰਾਮ ਦੀ ਜੇਕਰ ਆਪਾਂ ਆਲ ਓਵਰ ਗੱਲ ਕਰੀਏ, ਕਿੰਨੀ ਕੁ ਆਪਸ਼ਨਸ ਹੈਗੀਆਂ ਨੇ ਕੁੱਲ ਮਿਲਾ ਕੇ ਸਾਰੀਆਂ ਵਲਾਇਤ ਦੇ ਵਿੱਚ, ਜਿਹਨੂੰ ਅਸੀਂ ਵਿਦੇਸ਼ ਦੇ ਵਿੱਚ ਕਹਿ ਦਿੰਦੇ ਹਾਂ? ਸਿਰਫ ਇਹ 4 ਮੁਲਕਾਂ ਦੇ ਵਿੱਚ ਹੀ ਪ੍ਰੋਗਰਾਮ ਹੈ ਜਾਂ ਇਸ ਤੋਂ ਇਲਾਵਾ ਵੀ ਹੋਰ ਆਪਸ਼ਨਸ ਹੈਗੇ ਨੇ? ਕਿਉਂਕਿ ਸਾਡੇ ਪੰਜਾਬੀ ਨੇ ਨਾ ਸਿਰਫ ਕੈਨੇਡਾ, ਅਮਰੀਕਾ ਜਾਂ USA, ਆਸਟ੍ਰੇਲੀਆ ਦੇ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ ਨੇ। ਤੋ ਇਸ ਤੋਂ ਇਲਾਵਾ ਕਿਸੇ ਹੋਰ ਕੰਟਰੀ ਦਾ ਵੀ ਕੋਈ ਪ੍ਰਪੋਜ਼ਲ ਹੈਗਾ ਤੁਹਾਡੇ ਕੋਲ? ਬਿਲਕੁਲ ਜੀ, ਥੋੜ੍ਹੀ ਜਗ੍ਹਾ ਘੱਟ ਹੋਣ ਕਰਕੇ ਅਸੀਂ ਇੱਥੇ ਕੰਟਰੀ ਘੱਟ ਲਿਖੇ ਹੈ, ਬਟ ਇਹ ਜਿਹੜੀ ਪ੍ਰੋਗਰਾਮ ਹੈ, ਜਿਹੜੀ ਅਸੀਂ ਮੇਜਰ 4 ਡੈਸਟੀਨੇਸ਼ਨ ਲਿਖੇ ਹੈ, ਪੋਪੂਲਰ ਡੈਸਟੀਨੇਸ਼ਨ ਜਿੱਥੇ ਸਟੂਡੈਂਟ ਦਾ ਜ਼ਿਆਦਾ ਇੰਟਰਸਟ ਰਹਿੰਦਾ, ਔਰ 5ਵੀਂ ਜਿਹੜੀ ਪੋਪੂਲਰ ਡੈਸਟੀਨੇਸ਼ਨ ਨਿਊਜ਼ੀਲੈਂਡ ਹੈਗੀ ਹੈ। ਸੋ ਇਸ ਤੋਂ ਇਲਾਵਾ ਦੇਰ ਆਰ 21 ਕੰਟਰੀਜ਼, ਚਾਹੇ ਆਪਾਂ ਯੂਰਪ ਦੀ ਗੱਲ ਕਰੀਏ ਤਾਂ ਫਰਾਂਸ, ਇਟਲੀ, ਸਪੇਨ, ਗ੍ਰੀਸ, ਔਰ ਜਿਹੜੇ ਜਰਮਨੀ, ਜਿਹੜੇ ਪੋਪੂਲਰ ਡੈਸਟੀਨੇਸ਼ਨ ਦੇ ਬੱਚੇ, ਇਟਲੀ ਹੈ ਜਿੱਥੇ ਬੱਚੇ ਜਾ ਕੇ ਪੜ੍ਹਨਾ ਚਾਹੁੰਦੇ ਹੈ। ਸੋ ਉੱਥੇ ਵੀ ਸਾਡੇ ਇਸ ਪੀਅਰਸਨ ਬੀਟੈਕ ਦੀਆਂ ਜਿਹੜੀ ਕੁਆਲੀਫਿਕੇਸ਼ਨਸ ਹੈ, ਉਹਨਾਂ ਦੇ ਕ੍ਰੈਡਿਟ ਪਾਥਵੇ ਪ੍ਰੋਗਰਾਮਸ ਹੈ, ਉਹ ਸਾਡੇ ਕੋਲ ਉਹਨਾਂ ਨਾਲ ਵੀ ਟਾਈ ਅਪ ਹੈ। ਸੋ 21 ਕੰਟਰੀਜ਼ ਐਂਡ 348 ਯੂਨੀਵਰਸਿਟੀਜ਼ ਦਾ ਇਹ ਪੂਰਾ ਲਿਸਟ ਸਾਡੇ ਕੋਲ ਪੀਅਰਸਨ ਨੇ ਦਿੱਤੀ ਹੈ, ਕੰਪਨੀ ਨੇ, ਜਿੱਥੇ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮਸ ਚੱਲ ਸਕਦੇ। ਤੇ ਡਾਕਟਰ ਸਾਹਿਬ ਜੀ, ਹੁਣ ਐਡਮਿਸ਼ਨ ਦਾ ਕੀ ਪ੍ਰੋਸੈਸ ਰਹਿੰਦਾ ਹੈ? ਕਿਹੜੇ ਦਿਨਾਂ ਦੇ ਵਿੱਚ ਐਡਮਿਸ਼ਨਸ ਹੁੰਦੀਆਂ ਨੇ ਜਾਂ ਕਿਹੜੇ ਇਨਟੇਕ ਦੇ ਵਿੱਚ ਜਿਹੜੇ ਬੱਚੇ ਜਾ ਸਕਦੇ ਨੇ? ਕਿਉਂਕਿ ਇਹ ਸਾਲ ਤੇ ਕਰੋਨਾ ਦੇ ਨਾਮ ਲੱਗ ਗਿਆ। ਬੱਚਿਆਂ ਨੂੰ ਕੋਈ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਜੀ। ਇਮੀਡੀਏਟਲੀ ਸਾਡੇ ਨਾਲ ਇੱਥੇ ਰਾਬਤਾ ਕਰ ਸਕਦੇ ਆ, ਸਾਡੇ ਕਾਉਂਸਲਰਸ ਨੂੰ ਮਿਲ ਸਕਦੇ ਆ, ਆਪਣੀ ਕਰੀਅਰ ਕਾਉਂਸਲਿੰਗ ਲੈ ਸਕਦੇ ਆ। ਵੀ ਆਰ ਓਪਨ ਫॉर ਐਡਮਿਸ਼ਨਸ। ਅਸੀਂ ਹੁਣ ਬੈਚ ਦੀਵਾਲੀ ਤੋਂ ਬਾਅਦ ਸ਼ੁਰੂ ਕਰ ਰਹੇ ਹਾਂ। ਸੋ ਉਸ ਤੋਂ ਬਾਅਦ ਵੀ ਇਹ ਐਨੂਅਲ ਜਿਹੜਾ ਉਹ ਸਿਸਟਮ ਹੁੰਦਾ, ਉਹਨੂੰ ਮੈਚ ਕਰਨ ਵਾਸਤੇ ਸਾਡੇ ਕੋਲ ਮਲਟੀਪਲ ਇਨਟੇਕਸ ਆ ਰਹੀਆਂ। ਸੋ ਪਹਿਲੀ ਇਨਟੇਕ ਜਿਹੜੀ ਹੈ ਨਵੰਬਰ 2020 ਹੈ। ਜਿਹੜੇ ਬੱਚੇ ਹੁਣ ਸਾਡੇ ਨਾਲ ਜੁਆਇਨ ਕਰਨਗੇ ਉਹ ਅਗਲੇ ਸਾਲ ਸਤੰਬਰ ਅਕਤੂਬਰ 'ਚ ਟ੍ਰਾਂਸਫਰ ਹੋ ਜਾਣਗੇ। ਜਿਹੜੇ ਬੱਚੇ ਸਾਡੇ ਜਨਵਰੀ ਬੈਚ ਜੁਆਇਨ ਕਰਨਗੇ ਉਹ ਅਗਲੇ ਸਾਲ ਜਨਵਰੀ 22 'ਚ ਜਾਣਗੇ। ਸੋ ਇਸ ਤਰੀਕੇ ਨਾਲ ਅਸੀਂ ਪੂਰੀ ਮੈਪਿੰਗ ਕੀਤੀ ਹੈ, ਪੂਰਾ ਪਾਥਵੇ ਪ੍ਰੋਸੈਸ ਬਣਾਇਆ ਬੱਚਿਆਂ ਨੂੰ ਗਾਈਡੈਂਸ ਦੇਣ ਦਾ। ਸੋ ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜਾ ਸਾਡਾ ਇੱਥੇ ਵਿਦਿਆ ਜੋਤੀ ਹੈ, ਜੋ ਕਿ ਬੈਸਟ ਇਨਫਰਾਸਟਰਕਚਰ, ਲੈਬਸ, ਫੈਸਿਲਿਟੀਜ਼ ਪ੍ਰੋਵਾਈਡ ਕਰੇਗਾ, ਟ੍ਰੇਨਰਸ ਪ੍ਰੋਵਾਈਡ ਕਰੇਗਾ। ਕ੍ਰੋਸਲੈਂਡ ਨਾਲ ਸਾਡਾ ਟਾਈ ਅਪ ਹੈ, ਜਿਹੜੇ ਕਿ ਉਹਨਾਂ ਦਾ ਪੂਰਾ ਵੀਜ਼ਾ ਪ੍ਰੋਸੈਸ ਨੂੰ ਮੈਨੇਜ ਕਰਨਗੇ, ਗਾਈਡੈਂਸ ਦੇਣਗੇ ਬੱਚਿਆਂ ਨੂੰ, ਤਾਂ ਕਿ ਕੋਈ ਅੱਗੇ ਵੀਜ਼ਾ 'ਚ ਹਿੰਡਰੈਂਸ ਨਾ ਆਏ। ਸੋ ਔਰ ਪੀਅਰਸਨ ਦੀ ਸਾਡੇ ਕੋਲ ਜਿਹੜੀ ਅਕੈਡਮਿਕ ਕੋਲੈਬੋਰੇਸ਼ਨ ਹੈ ਔਰ ਰਿਕੋਗਨੀਸ਼ਨ ਹੈ, ਉਹ ਅਸੈਪਟੇਬਲ ਹੈ। ਸੋ ਇਟਸ ਅ ਵੈਰੀ ਯੂਨੀਕ ਕੰਬੀਨੇਸ਼ਨ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਹੈਲਪ ਕਰ ਸਕਦੇ ਹਾਂ। ਬਲਕਿ ਹੁਣ ਇਸ ਹਾਲਾਤਾਂ ਜਦੋਂ ਕਿ ਟਰੈਵਲ ਅਲਾਊਡ ਨਹੀਂ ਹੈ ਵਰਲਡ ਵਾਈਡ, ਜੇ ਕਿਸੇ ਦਾ ਵੀਜ਼ਾ ਮਿਲ ਵੀ ਰਿਹਾ ਤਾਂ ਆਨਲਾਈਨ ਕਲਾਸਿਸ ਹੈਗੀਆਂ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਤਾਂ ਇਹ ਪ੍ਰੋਗਰਾਮ ਸਟੂਡੈਂਟਸ ਲਈ ਬਹੁਤ ਬੈਨੀਫੀਸ਼ੀਅਲ ਹੈ। ਫਾਈਨੈਂਸ਼ੀਅਲ ਵੀ ਪ੍ਰੈਸ਼ਰ ਹੈ। ਸੋ ਸਾਰੇ ਚੀਜ਼ਾਂ ਨੂੰ ਇਹ ਪ੍ਰੋਗਰਾਮ ਸਬਸਟੀਟਿਊਟ ਕਰਦਾ ਔਰ ਸਪੋਰਟ ਕਰਦਾ। ਡਾਕਟਰ ਸਾਹਿਬ, ਇੱਕ ਆਖਰੀ ਸਵਾਲ ਜਾਂਦੇ ਜਾਂਦੇ ਅਸੀਂ ਲੈ ਲੈਂਦੇ ਹਾਂ ਕਿ ਇਹ ਜਿਹੜਾ ਅਦਾਰਾ ਹੈ, ਜਿਸ ਤਰੀਕੇ ਨਾਲ ਤੁਸੀਂ ਇਹਦੇ 'ਤੇ ਲਿਖਿਆ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਐਕਸਪਲੇਨ ਕੀਤੀਆਂ ਨੇ, ਇਹ ਸਾਨੂੰ ਸਮਝਾਓਗੇ ਕਿ 5 ਪੁਆਇੰਟ ਇੱਥੇ ਲਿਖਣ ਦਾ ਕਾਰਨ ਕੀ ਹੈ? ਕਿਉਂਕਿ ਸਭ ਕੁਝ ਤੁਸੀਂ ਐਕਸਪਲੇਨ ਕਰ ਰਹੇ ਹੋ ਇੱਥੇ। ਹਾਂਜੀ, ਮੈਂ ਤੁਹਾਨੂੰ ਹੁਣੇ ਕੀਤਾ ਹੈ ਕਿ ਆਪਾਂ ਫਸਟ ਈਅਰ ਇੱਥੋਂ ਸਟਾਰਟ ਕਰਕੇ ਮੂਵ ਕਰ ਜਾਂਗੇ। ਫਾਈਨੈਂਸ਼ੀਅਲ ਬੈਨੀਫਿਟ ਹੈ, ਟਾਈਮ ਬਚਦਾ ਬੱਚੇ ਦਾ। ਜਦੋਂ ਇੱਥੇ ਸ਼ੁਰੂ ਕਰ ਦੇਗਾ ਤਾਂ ਹਾਲੇ ਆਪਣੇ ਬੱਚੇ ਵੇਸਟ ਕਰ ਰਹੇ ਆ ਟਾਈਮ, ਕਿਉਂਕਿ ਸਕੂਲ ਕਾਲਜਿਸ ਅਲਾਉਡ ਨਹੀਂ ਕਰ ਰਹੇ ਹੈਗੇ, ਤਾਂ ਇੱਥੇ ਬੱਚੇ ਵਿਹਲੇ ਬੈਠੇ ਆ। ਤਾਂ ਹੁਣ ਅਗਰ ਇੱਥੇ ਸਾਡਾ ਇੰਸਟੀਟਿਊਸ਼ਨ ਜੁਆਇਨ ਕਰਦੇ ਆ ਤਾਂ ਆਪਣਾ ਟਾਈਮ ਬਚਾ ਸਕਦੇ ਹੋ, ਨੈਕਸਟ ਈਅਰ ਮੂਵ ਕਰ ਸਕਦੇ, ਸੈਕੰਡ ਈਅਰ 'ਚ ਵੀ। ਉਸ ਤੋਂ ਇਲਾਵਾ ਬੱਚਿਆਂ ਨੂੰ ਅਸੀਂ ਇੱਥੇ ਜਦੋਂ ਪੜ੍ਹਾ ਰਹੇ ਹਾਂ ਤਾਂ ਵੀ ਆਰ ਜਿਹੜਾ ਸਾਡਾ ਇਹ ਪੀਅਰਸਨ BTC ਦਾ ਪ੍ਰੋਗਰਾਮ ਹੈ, ਇਹਦੇ ਅੰਦਰ 40% ਥਿਓਰੀ ਹੈ ਔਰ 60% ਪ੍ਰੈਕਟੀਕਲਸ ਹੈ। ਸੋ ਸਕਿੱਲਸ ਲੈ ਕੇ ਜਾਣਗੇ ਜਿਹੜੇ ਕਿ ਉਹਨਾਂ ਨੂੰ ਹੈਲਪਫੁਲ ਹੈ ਸੈਕੰਡ ਈਅਰ ਉੱਥੇ ਜਾ ਕੇ। ਕੈਨੇਡਾ ਜਾਂ ਆਸਟ੍ਰੇਲੀਆ ਜਿਹੜੇ ਵੀ ਡੈਸਟੀਨੇਸ਼ਨ ਕੰਟਰੀ ਤੋਂ ਜਾਂਦੇ ਆ, ਉੱਥੇ ਉਹਨਾਂ ਨੂੰ ਪਾਰਟ ਟਾਈਮ ਜੌਬ ਲੈਣ ਵਾਸਤੇ। ਉਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹ ਰਿਹਾ ਉਹ ਹੈਗਾ ਕਿ ਜਿਨ੍ਹਾਂ ਬੱਚਿਆਂ ਦੇ ਗੈਪ ਹੈਗੇ ਆ, ਜਾਂ ਵੀਜ਼ਾ ਰਿਫਿਊਜ਼ਲਸ ਹੈਗੀਆਂ, ਜਾਂ ਉਹਨਾਂ ਦੇ ਮਾਰਕਸ ਘੱਟ ਹੈਗੇ ਆ, ਜਾਂ ਉਹਨਾਂ ਕੋਲ ਮੈਥ ਨਹੀਂ ਹੈਗਾ, ਤਾਂ ਇਸ ਤਰੀਕੇ ਦੇ ਹੋਰ ਕਈ ਐਸੇ ਐਡਵਾਂਟੇਜ ਇਸ ਪ੍ਰੋਗਰਾਮ 'ਚ ਹੈਗੇ ਆ ਜੋ ਕਿ ਵੀਜ਼ਾ ਸਕਸੈਸ ਨੂੰ ਦੇਖ ਕੇ ਰੱਖੇ ਗਏ ਆ। ਸੋ ਅਗਰ ਆਪਾਂ ਇਹਨਾਂ ਸਾਰਿਆਂ, ਕਿਸੇ ਵੀ ਸਟੂਡੈਂਟ ਦੀ ਕੋਈ ਸਪੈਸੀਫਿਕ ਪ੍ਰੋਬਲਮ ਹੈ, ਉਹਨੂੰ ਆਪਾਂ ਸੋਲੂਸ਼ਨ ਦਿੰਦੇ
ਚਾਹੁੰਦੇ ਆ ਤਾਂ ਉਹਦਾ ਵੀਜ਼ਾ ਸਕਸੈਸ ਬਹੁਤ ਅੱਛਾ ਵੱਧ ਸਕਦਾ ਹੈ। ਤੇ ਡਾਕਟਰ ਸਾਹਿਬ ਮੈਨੂੰ ਲੱਗਦਾ ਹੈ ਕਿ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਇੱਕ ਬੜੀ ਵੱਡੀ ਗੱਲ ਜਿਹੜੀ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਅਗਰ ਇੱਕ ਬੈਚ ਇੱਕ ਮੁਲਕ ਦਾ ਤੁਹਾਡੇ ਕੋਲ ਹੈ ਤੇ ਜਿਹੜੀਆਂ ਜਾ ਕੇ ਉੱਥੇ ਰੂਮ ਦੀਆਂ ਸਮੱਸਿਆਵਾਂ, ਗੱਲ ਸ਼ੇਅਰ ਕਰਨ ਦੀਆਂ ਸਮੱਸਿਆਵਾਂ, ਦੋਸਤ ਨਵੇਂ ਬਣਾਉਣ ਦੀਆਂ, ਉਹ ਆਲਰੇਡੀ ਇੱਥੇ ਹੀ ਬਣਾ ਕੇ ਹੀ ਜਾਏਗਾ। ਬਿਲਕੁਲ ਜੀ, ਬੱਚਾ ਮਤਲਬ ਇੱਕ ਬਹੁਤ ਵੱਡਾ ਤੁਹਾਡਾ ਐਕਸਪੀਰੀਅੰਸ ਸ਼ੇਅਰ ਕਰਨ ਲੱਗਿਆ, 2 ਮਿੰਟ ਲਾਂਗਾ ਉਸ ਵਾਸਤੇ। ਸੋ ਬੱਚਾ ਜਦੋਂ ਉੱਥੇ ਜਾਂਦਾ ਹੈ ਉਹਨੂੰ 3-4 ਬਹੁਤ ਸਪੈਸੀਫਿਕ ਪ੍ਰੋਬਲਮ ਹਰ ਬੱਚੇ ਨੂੰ ਫੇਸ ਕਰਨੀਆਂ ਪੈਂਦੀਆਂ, ਔਰ ਅਸੀਂ ਦੇਖਿਆ ਕਿ ਬੱਚੇ ਉਸ 'ਤੇ ਕਾਫੀ ਡਿਪਰੈਸ ਵੀ ਹੋ ਜਾਂਦੇ ਆ। ਇੱਕ ਤਾਂ ਨਵਾਂ ਐਜੂਕੇਸ਼ਨ ਸਿਸਟਮ, ਦੂਜਾ ਪਾਰਟ ਟਾਈਮ ਕੰਮ ਕਰਨ ਦਾ ਪ੍ਰੈਸ਼ਰ, ਤੀਸਰਾ ਉਹਨਾਂ ਕੋਲ ਸਕਿੱਲ ਹੈ ਨਹੀਂ ਤੇ ਲੋ ਜੌਬ ਕਰਨੀ ਹੈ, ਫਿਰ ਹੋਮ ਸਿਕਨੈਸ। ਪਹਿਲੀ ਵਾਰ ਆਪਾਂ ਘਰੋਂ ਨਿਕਲ ਰਹੇ ਹਾਂ ਪੰਜਾਬ ਦੇ ਛੋਟੇ ਜਿਹੇ ਜਾਂ ਨਾਰਥ ਦੇ ਹਰਿਆਣੇ ਤੋਂ ਕਿਸੇ ਵੀ ਪਿੰਡ ਜਾਂ ਸ਼ਹਿਰ 'ਚੋਂ, ਤੇ ਸਿੱਧਾ ਜਾ ਕੇ ਆਪਾਂ ਕੈਨੇਡਾ ਜਾ ਰਹੇ ਹਾਂ ਤੇ ਆਪਾਂ ਨੂੰ ਇਹ ਪਤਾ ਵੀ ਹੈ ਮੰਨੋ ਕਿ ਆਪਾਂ 2-3 ਸਾਲ ਹਾਲੇ ਮਾਂ-ਬਾਪ ਨੂੰ ਸ਼ਾਇਦ ਮਿਲ ਪਾਵਾਂਗੇ, ਦੋਸਤ ਯਾਰਾਂ ਨੂੰ ਮਿਲ ਪਾਵਾਂਗੇ। ਕਈਆਂ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਚੱਲਣਾ ਕਿੱਧਰਲੇ ਪਾਸੇ ਹੈ, ਸੱਜੇ ਪਾਸੇ, ਖੱਬੇ ਪਾਸੇ, ਬਹੁਤ ਸਾਰੀ ਦਿੱਕਤਾਂ। ਬਿਲਕੁਲ। ਸੋ ਸਾਡਾ ਇਸ ਸਾਰੀਆਂ ਪ੍ਰੋਬਲਮਸ ਨੂੰ ਲੈ ਕੇ ਫਿਰ ਜਿਹੜੇ ਵੀ ਆਪਾਂ ਦੇਸ਼ ਜਾ ਰਹੇ ਹਾਂ, ਜਿਹੜੇ ਨਵੇਂ ਉੱਥੇ ਲੋਕਾਂ ਨੂੰ ਮਿਲਦੇ ਆ, ਪਤਾ ਨਹੀਂ ਹੁੰਦਾ ਕਿ ਮੇਰਾ ਦੋਸਤ ਹੈ ਕਿ ਦੁਸ਼ਮਣ ਹੈ, ਕਿ ਮੇਰੇ ਨਾਲ ਇਮਾਨਦਾਰ ਹੋਊਗਾ ਕਿ ਮੈਨੂੰ ਸ਼ਾਮੀ ਚੀਟਿੰਗ ਕਰ ਲੂਗਾ ਮੇਰੇ ਨਾਲ। ਸੋ ਇਹ ਸਾਰੀਆਂ ਚੀਜ਼ਾਂ ਦੀਆਂ ਨਾ ਬੜੀ ਇੱਕ ਸੋਸ਼ਲ ਬੱਚਿਆਂ ਦੇ ਉੱਤੇ ਬਹੁਤ ਪ੍ਰੈਸ਼ਰ ਅਸੀਂ ਦੇਖਿਆ। ਬਹੁਤ ਸਾਰੇ ਬੱਚੇ ਅਸੀਂ ਉਹਨਾਂ ਨੂੰ ਉੱਧਰ ਵੀ ਜਾ ਕੇ ਅਲਕੋਹਲ ਵੱਲ ਜਾਂ ਡਰੱਗਸ ਵੱਲ ਜਾਂਦੇ ਆ ਦੇਖਿਆ, ਔਰ ਹੋਮ ਸਿਕਨੈਸ ਕਾਫੀ ਤੰਗ ਕਰਦੀ ਹੈ। ਸੋ ਇਹ ਸਾਰੀਆਂ ਪ੍ਰੋਬਲਮਸ ਲੈ ਕੇ ਇਹ ਵੱਡਾ ਇੱਕ ਪ੍ਰੋਗਰਾਮ ਜੋ ਮੈਂ ਆਪਣਾ ਸਮਝਦਾ ਕਿ 25-30 ਸਾਲ ਦੀ ਜਿਹੜੀ ਮੇਰੀ ਪਰਿਵਾਰਿਕ ਜਦੋਂ ਸਾਲ 2 ਸਾਲ ਬੱਚਾ ਇਕੱਠਾ ਪੜ੍ਹਦਾ ਤਾਂ ਇੱਕ ਪਰਿਵਾਰਿਕ ਮਾਹੌਲ ਇੱਥੇ ਬਣ ਜਾਂਦਾ ਕਲਾਸ ਦੇ ਵਿੱਚ। ਚੰਡੀਗੜ੍ਹ ਸਾਡੇ ਇੱਥੇ ਵਿਦਿਆ ਜੋਤੀ 'ਚ ਹੋਸਟਲ ਫੈਸਿਲਿਟੀਜ਼ ਅਵੇਲੇਬਲ ਹੈ। ਘਰੋਂ ਬੱਚਾ ਨਿਕਲਦਾ ਹੈ, ਉਹਨੂੰ ਇੱਥੇ ਚੰਗੇ ਬੁਰੇ ਦਾ ਪਤਾ ਲੱਗਦਾ ਹੈ, ਇਕੱਲੇ ਰਹਿਣ ਦਾ ਪਤਾ ਲੱਗਦਾ, ਆਪਣੇ ਆਪ ਨੂੰ ਮੇਨਟੇਨ ਕਰਨ ਦਾ ਪਤਾ ਲੱਗਦਾ ਹੈ। ਸੋ ਉਹ ਸੋਸ਼ਲ ਸਰਕਲ ਵੀ ਬਣਾਉਂਦਾ ਹੈ, ਇੰਡੀਪੈਂਡੈਂਟ ਵੀ ਹੋ ਜਾਂਦਾ ਹੈ, ਔਰ ਉਹਨੂੰ ਉੱਥੇ ਜਾ ਕੇ ਸੈਟਲਮੈਂਟ 'ਚ ਕੋਈ ਦਿੱਕਤ ਨਹੀਂ ਆਉਂਦੀ ਹੈ। ਸੋ ਜਿਹੜੀਆਂ ਮੈਂ ਤੁਹਾਨੂੰ 4 ਪ੍ਰੋਬਲਮਸ ਦੱਸੀਆਂ, ਇਸ 4 ਪ੍ਰੋਬਲਮ ਦਾ ਇਹ ਬੇਸ ਅਸੀਂ ਕੱਢ ਕੇ ਪ੍ਰੋਗਰਾਮ ਲਿਆਂਦਾ ਹੈ, ਜਿਹਦੇ ਨਾਲ ਬੱਚਿਆਂ ਨੂੰ ਬਹੁਤ ਬੈਨੀਫਿਟ ਹੈ। ਐਂਡ ਆਈ ਐਮ ਹੋਪਫੁਲ। ਮੈਂ ਹੋਰ ਵੀ ਅਜੇ ਪ੍ਰੋਗਰਾਮ ਹੋਰ ਕੰਟਰੀਜ਼ ਚੱਲਦੇ ਦੇਖੇ ਆ, ਪੀਅਰਸਨ BTC ਦੇ, ਦੇ ਆਰ ਵੈਰੀ ਸਕਸੈਸਫੁਲ। ਚਾਈਨਾ ਜੋ ਕਿ ਸਾਡਾ ਕੰਪੀਟੀਟਰ ਹੈ ਇੰਟਰਨੈਸ਼ਨਲ ਐਜੂਕੇਸ਼ਨ ਦੇ ਵਿੱਚ ਵੀ, ਤੇ ਕਾਫੀ ਜ਼ਿਆਦਾ ਸਟੂਡੈਂਟ ਚਾਈਨਾ ਤੋਂ ਵੀ ਆਉਂਦੇ ਆ, ਉੱਥੇ ਇਹ ਪ੍ਰੋਗਰਾਮ ਬਹੁਤ ਸਕਸੈਸਫੁਲ ਚੱਲ ਰਿਹਾ। ਸੋ ਇੰਡੀਆ ਦੇ ਵਿੱਚ ਹੁਣ ਸ਼ੁਰੂ ਹੋਇਆ, ਬਟ ਵੀ ਆਰ ਹੋਪਫੁਲ ਕਿ ਅਗਲੇ 2-3 ਸਾਲਾਂ ਦੇ ਵਿੱਚ ਪੰਜਾਬ ਦੇ ਸਾਡੇ ਮੇਰੇ ਦੋਸਤ ਭੈਣ ਭਰਾ ਆਪਣੇ ਏਰੀਆ ਦੇ ਸਾਰੇ ਇਸ ਚੀਜ਼ ਦਾ ਬੈਨੀਫਿਟ ਲੈ ਪਾਉਣਗੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਸਾਰੀ ਗੱਲਬਾਤ ਦੇ ਲਈ, ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ DJ ਸਿੰਘ, ਜਿਨ੍ਹਾਂ ਨੇ ਬੜੇ ਹੀ ਸਾਦੇ ਜਿਹੇ ਅਲਫਾਜ਼ਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਬੱਚੇ ਆਪਣੇ ਮਾਪਿਆਂ ਦੇ ਉੱਤੇ ਬੋਝ ਨਹੀਂ ਬਣਨਾ ਚਾਹੁੰਦੇ, ਲੇਕਿਨ ਪੜ੍ਹਨਾ ਵਿਦੇਸ਼ ਦੇ ਵਿੱਚ ਚਾਹੁੰਦੇ ਨੇ, ਸੈਟਲ ਵਿਦੇਸ਼ ਦੇ ਵਿੱਚ ਹੋਣਾ ਚਾਹੁੰਦੇ ਨੇ, ਜਾਂ ਫਿਰ ਜਿਨ੍ਹਾਂ ਦੀ ਸਾਲ 2 ਸਾਲ ਦੀ ਸਮੱਸਿਆ ਹੈ, ਜਿਹੜੇ ਬਾਹਰ ਨਹੀਂ ਜਾ ਸਕਦੇ ਤੇ ਉਹਨਾਂ ਨੂੰ ਡਰ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਗੈਪ ਦੀ ਸਮੱਸਿਆ ਬਣ ਜਾਣੀ ਹੈ, ਉਹਨਾਂ ਦੇ ਲਈ ਇਹ ਅਦਾਰਾ ਕਾਫੀ ਅੱਛਾ ਔਰ ਵਧੀਆ ਚੀਜ਼। ਇੱਥੇ ਪ੍ਰੈਕਟੀਕਲੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਪ੍ਰੈਕਟੀਕਲੀ ਵੀ ਔਰ ਸੋਸ਼ਲੀ ਵੀ ਬੜੀ ਇਫੈਕਟਿਵ ਤਰੀਕੇ ਨਾਲ ਬੱਚਿਆਂ ਨੂੰ ਤਿਆਰ ਕਰਕੇ ਉਹਨਾਂ ਦੇ ਫਿਊਚਰ ਦੇ ਲਈ ਉਹਨਾਂ ਨੂੰ ਇੱਥੋਂ ਵਿਦੇਸ਼ ਭੇਜਿਆ ਜਾਂਦਾ। ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ। ਜੇਕਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਸਵਾਲ ਆਉਂਦਾ ਹੈ ਤਾਂ ਉਹ ਵੀ ਤੁਸੀਂ ਸਾਨੂੰ ਦੱਸਿਓ ਜ਼ਰੂਰ। ਅਗਲੀ ਗੱਲਬਾਤ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਜਵਾਬ ਹੈ ਜਿਹੜਾ ਡਾਕਟਰ ਸਾਹਿਬ ਕੋਲੋਂ ਲਿਆ ਜਾਵੇ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।